नमस्कार दोस्तों, आज हम बात करेंगे फिर एक नए टॉपिक पर, यानी कि पुराना टॉपिक। एनआरआई महिला जोगिंदर कौर, लेडी सिंघम, लेडी आयरन, यानी कि खुद नहीं हार मानी, प्रशासन को हरा दिया। बिल्कुल, आज हमारे साथ है जोगिंदर कौर। पिछले कई सालों से, कई वर्षों से जो है अपनी इंसाफ की जो लड़ाई लड़ रही है, अपने परिवार को छोड़ के लुधियाना बैठी हुई। हालांकि उनका पुश्तैनी का लुधियाना ही है, पर अपने बच्चों को छोड़कर आज एक लेडी किस तरह अपने परिवार के बगैर रहती है। आज उनसे जानते हैं कि आखिर इनका जो मामला था कहाँ तक पहुँचा और अब इनका लास्ट जो डिसीजन बचा है वो क्या लेने वाले हैं। सत श्री अकाल जी। की कहना चाहते हो जी? हुण तुहाडा लास्ट डिसीजन की बचा? तुसी आगे तुहाडे की कदम ने? डिसीजनस तो सारे खत्म हो गए जी। कल 15 अगस्त सी, आज़ादी का दिन सी। पहला भी कई बारी असी लाइव हो के आज़ादी बारे दसिया कि अगर असी तुसी तो नहीं आज़ाद हुए ना हाले? सर ये हैगे गुलाम, आपां नहीं, आपां तो अपने घर बैठे हैं, आप आज़ाद हैं। यस जी। इस घर दे उत्ते जद कब्जा किया उस वक्त साडी जान निकली हुई सी, और जब मैं अपना घर वापस ले लिया, आज़ाद हो गए। उस दिन मेरे घर की आज़ादी वापस आ गई। ये बदले तो मैं लड़ी, पर हाले भी तो एक घर कब्जा किया होया तुहाडा। ਉਹ ਤਾਂ ਸਰ ਨਵੀਂ ਕੋਠੀ ਬਣਾਈ ਹੈ, ਇੱਕ ਘਰ ਹੈ ਸਾਡਾ ਜਿੱਥੇ ਅਸੀਂ ਪੁਸ਼ਤੈਨੀ ਜੀ। ਇਹ वो भी तो अपना ही है। ਹਾਂਜੀ, ਉਹ ਤਾਂ ਨਵੀਂ ਬਣਾਈ ਸੀ ਆਪਣੇ ਬੇਟੇ ਦੀ ਖੁਸ਼ੀ ਲਈ। जी। ਦੇਖੋ ਸਰ, ਪੈਸਾ ਆਉਂਦਾ ਵੀ ਰਹਿੰਦਾ, ਜਾਂਦਾ ਵੀ पर ਰਹਿੰਦਾ। बदमाशा वालों ਨੂੰ दबोच लिया। ਇਹ ਜਿਹੜੇ ਲੁਟੇਰੇ ਬੈਠੇ, ਕੋਈ ਬਦਮਾਸ਼ ਨਹੀਂ ਹੈ ਜੀ, ਇਹਨਾਂ ਦੇ ਬਣਾਏ ਪਾਲੇ ਹੋਏ ਹੋਏ। ਆ। ਹਾਂਜੀ, पाले हुए गुंडे। ਇਹ ਜਿੰਨੇ ਵੀ ਇਹਨਾਂ ਦੇ ਗੁਲਾਮ ਹੈ, ਜਿੰਨੇ ਵੀ ਇਹਨਾਂ ਦੇ ਦਲਾਲ ਹੈ, ਜਿੱਦਾਂ ਇੱਕ ਉਹ DIG ਨੇ ਬੈਠਾ ਜੇਲ੍ਹ ਦੇ ਵਿੱਚ ਆਪਣਾ ਦਲਾਲ ਲੈ ਕੇ, ਇਸੇ ਤਰ੍ਹਾਂ ਇਹ ਜਿਹੜਾ ਜਸਵਿੰਦਰ ਜੱਸੀ ਵਿਸ਼ਾਲ ਨਗਰ ਲੁਧਿਆਣਾ, ਇਹ DGP ਕ੍ਰਾਈਮ ਦਾ ਦਲਾਲ ਹੈ। ਠੀਕ ਹੈ ਜੀ। ਸਾਨੂੰ ਨਹੀਂ ਪਤਾ ਸੀਗਾ, ਜਾਣਾ ਸਰ ਪਲੀਜ਼, ਸਾਰਾ ਦਿਨ ਭੁੱਖੇ ਪਿਆਸੇ ਉੱਥੇ ਬੈਠੇ ਰਹਿਣਾ, ਸ਼ਾਮ ਨੂੰ ਕਹਿਣਾ ਜੀ ਤੁਸੀਂ ਫੇਰ ਆ ਜਿਓ। ਠੀਕ ਹੈ ਸਰ, ਕੋਈ ਗੱਲ ਨਹੀਂ। ਬਹੁਤ ਰੋਲੇ, 23 ਸਾਲ ਰੁਲਦੇ ਰਹੇ ਅਸੀਂ। ਲੇਕਿਨ ਹੁਣ ਮਾਸਟਰ ਡਿਗਰੀ ਹੋ ਗਈ ਹੈ, ਹੁਣ ਪਤਾ ਲੱਗ ਗਿਆ ਕਿ ਇੱਥੇ ਹੁੰਦਾ ਕੀ ਆ। ਕੋਈ ਗੁੰਡਾ, ਕੋਈ ਬਦਮਾਸ਼, ਕੋਈ ਕਿਸੇ ਦੇ ਘਰ 'ਚ ਗੁੰਡੇ ਨਹੀਂ ਵਾੜ ਸਕਦਾ। मतलब तुसी कानून की यूनिवर्सिटी की पढ़ाई कर ली पूरी? ਬਿਲਕੁਲ ਬਿਲਕੁਲ। ਮੇਰੇ ਸਾਹਮਣੇ ਨਹੀਂ ਆਉਂਦੇ, ਕਿਉਂ ਲੁਕੇ ਫਿਰਦੇ ਆ? ਦੇਖੋ ਸਰ, FBI ਅਮਰੀਕਾ ਤੋਂ ਆ ਕੇ ਗੁਰਿੰਦਰ ਜੀ ਦਾ ਨਾਗਰਾ ਫੜ ਲੈਂਦੀ ਆ। ਇਹਨਾਂ ਕੋਲੋਂ ਲੁਧਿਆਣੇ ਰਜੇਸ਼ ਕੁਮਾਰ ਥਾਣੇਦਾਰ ਨਹੀਂ ਫੜ ਹੁੰਦਾ। ਉਹ ਕਹਿੰਦਾ ਹਾਂ ਮੈਂ ਲੁੱਟਿਆ, ਮੈਂ ਪੈਸੇ ਦੇਣ ਨੂੰ ਤਿਆਰ ਹਾਂ, ਮੈਂ ਇਹ ਹਾਂ, ਮੈਂ ਸੋ ਇਹ ਜੋ ਜਸਵਿੰਦਰ ਜੱਸੀ ਵਿਸ਼ਾਲ ਨਗਰ ਲੁਧਿਆਣਾ, ਮੇਰੇ ਆਉਣ ਤੋਂ ਪਹਿਲਾਂ ਦਾ ਇਹ ਐਕਟੀਵੇਟ ਆ। ਇਹਦੇ 1998 1996 ਦਾ ਮੈਂ ਪਿਛਲਾ ਰਿਕਾਰਡ ਦੇਖਿਆ ਲੋਕਾਂ ਨੂੰ ਲੁੱਟਣ ਦਾ। ਸੋ ਜਦੋਂ ਗਵਰਨਮੈਂਟ, ਜਿਹਨੂੰ ਅਸੀਂ ਕਹਿੰਦੇ ਆ, ਇਹ ਹੋਮ ਡਿਪਾਰਟਮੈਂਟ ਨੂੰ ਆਪਣੇ ਅੰਡਰ ਰੱਖਦੇ ਆ। ਹੋਮ ਡਿਪਾਰਟਮੈਂਟ ਦੇ ਵਿੱਚ ਪੁਲਿਸ ਹੈ, ਪੁਲਿਸ ਤੋਂ ਜੋ ਚਾਹੁੰਦੇ ਇਹ ਕਰਾਉਂਦੇ ਆ। ਬਟ ਆਪਾਂ ਇਹਨਾਂ ਨਾਲ ਸਹਿਮਤ ਨਹੀਂ ਆ। ਇਹਨਾਂ ਨੇ ਮੇਰੇ ਡਾਕਾ ਮਾਰਿਆ, ਉੱਤੋਂ ਫੋਨ ਆ ਗਿਆ, ਇਹਨਾਂ ਨੇ ਮੇਰੇ ਗਲ ਤੋਂ ਗਹਿਣੇ ਲਾਏ। ਉਹ ਕਹਿੰਦਾ ਜੀ ਹਾਂ ਮੈਂ ਲੁੱਟਿਆ। ਵਾਟ ਨੌਨਸੈਂਸ! ਇਹ ਕਾਨੂੰਨ ਕਿੱਥੇ ਗਿਆ ਆ? ਜੋ ਵੀ ਰੀਅਲ ਆਫਿਸਰ, ਜਿਹਨੂੰ ਆਪਾਂ ਪੁਲਿਸ ਆਫਿਸਰ ਕਹਿੰਦੇ ਆ, ਉਹ ਜਦ ਸੱਚਾਈ ਕੱਢ ਕੇ ਮੋਹਰੇ ਰੱਖਦਾ, ਇਹ DGP ਕ੍ਰਾਈਮ ਫਾਈਲ ਚੁੱਕ ਕੇ ਲੈ ਜਾਂਦਾ। ਫਿਰ ਜਦ ਇਹ ਮੇਰੇ ਪਿੱਛੇ ਕਹਿੰਦੇ ਜੀ ਇਹਨੂੰ ਅਨਨੋਨ ਜਗ੍ਹਾ ਲਿਜਾ ਕੇ ਮਰਡਰ ਕਰ ਦਿਓ, ਸਲਫਾਸਕ ਲਾ ਦਾਂਗੇ ਜੀ, ਟੀਕਾ ਲਾ ਦਾਂਗੇ ਜੀ, 5-7 ਦਿਨ ਲਾਸ਼ ਨਹੀਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਤੁਹਾਨੂੰ? ਸਰ ਇੱਕ ਵਾਰ ਨਹੀਂ, 6 ਵਾਰੀ। ਹੁਣ ਤਾਂ SHO ਹੀ ਭੇਜ ਦਿੱਤੀ। ਪਰ ਤੁਹਾਡੀ ਕਿਸਮਤ ਚੰਗੀ ਕਿ ਤੁਸੀਂ ਜਿੰਦਾ ਬੈਠੇ ਹੋ ਸਾਰੇ ਸਾਹਮਣੇ। ਦੇਖੋ, ਇਨਸਾਨ ਆਪਣੀ ਕਿਸਮਤ ਨਾਲ ਜੀਂਦਾ ਹੈ। ਇੱਥੇ ਕੋਈ ਅਸੀਂ ਕਿਸੇ ਭਗਵੰਤ ਮਾਨ ਜਾਂ ਅਸੀਂ ਕਿਸੇ ਬਾਦਲਾਂ ਬੂਦਲਾਂ ਦੇ ਅਸੀਂ ਗੁਲਾਮ ਥੋੜ੍ਹੇ ਹਾਂ। ਹਾਂ, ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਇੱਦਾਂ। ਨਹੀਂ ਨਾ ਮਾਰ ਸਕਦਾ। ਇਹਨਾਂ ਨੇ 6 ਵਾਰੀ ਟਰਾਈ ਕਰ ਲਈ, ਔਰ ਆ ਜਿਹੜਾ PK ਸਿਨਹਾ ਆ ਸਰ, ਇਹਦੀ ਹੱਦਾਂ ਬੰਨੇ ਬੰਦਾ ਟੱਪ ਗਿਆ। ਸਵੇਰੇ ਮੈਂ 8 ਵਜੇ ਉੱਠਣਾ, ਚਲੋ ਹੁਸ਼ਿਆਰਪੁਰ, ਚਲੋ ਜਲੰਧਰ, ਚਲੋ ਕਪੂਰਥਲੇ, ਚਲੋ ਰੋਪੜ। PK ਸਿਨਹਾ ਨੇ ਤੁਹਾਨੂੰ ਤੰਗ ਕੀਤਾ? ਹਾਂਜੀ, ਉਹਨਾਂ ਨੇ ਵੀ ਤੰਗ ਕੀਤਾ ਤੁਹਾਨੂੰ? ਸਰ ਉਹਨੇ ਤਾਂ ਹੁਣ ਤੱਕ ਮੇਰੇ ਤੇ 15 ਪਰਚੇ ਹੋਰ ਦਰਜ ਕੀਤੇ ਹੋਣੇ ਸੀ, ਲੇਕਿਨ DGP ਸਾਹਿਬ ਬਚਾ ਰਹੇ ਸੀ। DGP ਸਾਹਿਬ ਬਾਰ-ਬਾਰ ਉਹਨੂੰ ਲਿਖਤੀ ਰੂਪ ਦੇ ਵਿੱਚ ਹੁਕਮ ਦਿੰਦੇ ਸੀ ਕਿ ਤੂੰ ਗਲਤ ਹੈ, ਅਸੀਂ ਤੇਰੀ ਇਨਕੁਆਇਰੀ ਨਾਲ ਨਹੀਂ ਸਹਿਮਤ। ਬਟ ਇਹ ਬੰਦਾ ਇੱਕ ਅਜੀਬੋ ਗਰੀਬ ਸੀ। ਇਹਨਾਂ ਦੇ ਮੂੰਹ ਨੂੰ ਐਸਾ ਖੂਨ ਲੱਗਿਆ ਹੋਇਆ, ਇਹਨਾਂ ਨੂੰ DGP ADG ਕਿਸੇ ਨਾਲ ਕੋਈ ਮਤਲਬ ਨਹੀਂ ਹੈ, ਇਹਨਾਂ ਨੂੰ ਲੁੱਟ ਦਾ ਮਤਲਬ ਹੈਗਾ। ਠੀਕ ਹੈ ਨਾ। ਕਿੰਨੀ ਦੁਨੀਆ, ਜਿੱਦਣ ਅਸੀਂ CIA ਸਟਾਫ ਸਾਡੀ ਇਨਕੁਆਇਰੀ ਚੱਲਦੀ ਸੀ,
70 ਬੰਦੇ ਖੜੇ ਸੀ ਲੁੱਟ ਹੋਏ ਇਸ ਜਸਵਿੰਦਰ ਜੱਸੀ ਤੋਂ। ਲੇਕਿਨ ADGP ਕ੍ਰਾਈਮ ਇੱਕ ਇਨਕੁਆਰੀ ਲਾਉਂਦਾ ਆ, ਜਿਹਦਾ ਕੋਈ ਕੰਪਲੇਨੈਂਟ ਹੀ ਨਹੀਂ ਹੁੰਦਾ, ਉਹ ਚੱਕ ਕੇ ਬਾਰਡਰ ਰੇਂਜ ਤੇ ਲੈ ਜਾਂਦਾ। ਬਾਰਡਰ ਰੇਂਜ ਤੋਂ ਐਰਾ ਵਗੈਰਾ ਕਰਕੇ ਕਹਿੰਦੇ ਜੀ ਨਹੀਂ ਇਹਨੂੰ ਫ੍ਰੀ ਕਰ ਦਿਓ, ਕਰਤਾ। ਆ ਹੁਣ ਦੀ ਗੱਲ ਆ, ਜਦੋਂ ਇਹਨੇ ਕਹਿੰਦੇ ਕਚਹਿਰੀ ਤੋਂ ਚੁੱਕ ਲਓ ਜੀ ਤੇ ਅਨਨੋਨ ਜਗ੍ਹਾ ਲਿਜਾ ਕੇ ਇਹ ਮਾਰ ਦਿਓ। ਸੋ ਸੈਡ। ਸਾਡੇ ਜਿਹੜੇ CP ਸਾਹਿਬ ਸੀਗੇ ਉਹਨਾਂ ਨੇ ਮੈਨੂੰ ਭੁੱਖ ਹੜਤਾਲ ਤੋਂ ਉਠਾਇਆ ਸੀ। ਉਹਨਾਂ ਨੇ ਫਟਾਫਟ SP ਨੂੰ ਕਿਹਾ ਵੀ ਇੱਦਾਂ ਕਰ ਵੀ ਬਚਾਓ, ਇਸ ਤੋਂ ਪਹਿਲਾਂ ਕਿ ਇਹ ਕੋਈ ਗਲਤ ਹਰਕਤ ਕਰ ਦੇਣ। ਚਲੋ ਜੀ, ਉਹਨਾਂ ਨੇ ਲਿਖਿਆ, ਕਈ ਆਫਿਸਰਸ ਨੇ ਇਨਵੈਸਟੀਗੇਟ ਕੀਤਾ ਕਿ ਇਸ ਜਸਵਿੰਦਰ ਜੱਸੀ ਵਿਸ਼ਾਲ ਨਗਰ ਲੁਧਿਆਣਾ ਤੇ ਕਾਰਵਾਈ ਬਣਦੀ ਆ। पर इतना कुछ होने के बावजूद भी हले कोई कार्रवाई तो हुई नहीं। कार्रवाई अगर हो भी गई हो तो उत्ते तक की तो लगता है पुलिस पहुंच जाएगी। नहीं सर, जिन्ने केस इन्होंने पॉसिबल है, इन्होंने जिन्ने केस किए वो ਅਸੀਂ ਕੋਰਟ ਤੋਂ ਜਿੱਤੇ। ਇਹਨਾਂ ਨੇ ਕੋਰਟ ਨੂੰ ਧਮਕੀਆਂ ਦਿੱਤੀਆਂ, ਇਹਨਾਂ ਨੇ ਪਤਾ ਨਹੀਂ ਕੀ ਕੀਤਾ। ਉਹਨੂੰ ਅਸੀਂ ਅੱਗੇ ਸਟੱਡੀ ਕੀਤਾ ਕਿ ਇਹ ਹੋ ਕੀ ਰਿਹਾ, ਠੀਕ ਹੈ ਨਾ ਅਸੀਂ ਕਦੀ ਕਿਸੇ ਨੂੰ ਗਾਲ ਕੱਢੀ, ਨਾ ਅਸੀਂ ਕਦੀ ਕਿਸੇ ਨੂੰ ਧਮਕੀ ਦਿੱਤੀ। ਇਹ ਦੇਖੋ, ਇਹ ਕਹਿੰਦਾ ਕਿ ਮੈਂ ਗੁੰਡਾ ਆ, ਮੈਨੂੰ ਨਹੀਂ ਕਿਹਾ, ਜੱਜ ਨੂੰ ਕਿਹਾ, ਕਹਿੰਦਾ ਮੈਂ ਸ਼ਹਿਰ 'ਚ ਗੁੰਡੇ ਪਾਲੇ ਹੋ। ਫਿਰ ਇਹ ਰੋਜ਼ ਕਿਡਨੈਪ ਕਿੱਦਾਂ ਹੋ ਜਾਂਦਾ, ਕਦੀ ਰਸਾਲਾ ਕਿਡਨੈਪ ਹੋ ਜਾਂਦਾ। ਸੋ ਸ਼ੇਮਫੁਲ ਫॉर द ਜਿਹਨੂੰ ਅਸੀਂ ਹੈੱਡਕੁਆਟਰ ਕਹਿੰਦੇ ਆ, ਜਿਹਨੂੰ ਅਸੀਂ ਸੀਨੀਅਰ ਪੁਲਿਸ ਆਫਿਸਰਸ ਕਹਿੰਦੇ ਆ, ਉਹੀ ਕ੍ਰਾਈਮ ਕਰਾਈ ਜਾਂਦੇ ਆ। ਆ ਜਿਹੜੇ ਸਾਡੀ ਇੱਥੇ ਲੁਧਿਆਣਾ ਪੁਲਿਸ ਆ, ਉਹ ਕੀ ਕਰੂਗੀ? ਫਿਰ ਲੇਟੈਸਟ ਉਹਨਾਂ ਨੇ ਰਿਪੋਰਟ ਬਣਾਈ, ਇਹ ਬੰਦੇ ਦੇ ਉੱਤੇ ਕਾਰਵਾਈ ਕੀਤੀ ਜਾਵੇ। ADGP ਕ੍ਰਾਈਮ ਚੱਕ ਕੇ ਲੈ ਗਿਆ, ਲਿਖਦਾ ਆ ਇਹਦੇ 'ਤੇ ਕਾਰਵਾਈ ਕਰਨੀ ਵਾਜਬ ਨਹੀਂ ਆ। ਸਰਕਾਰ ਤੇ ਤੇਰੀ ਮਾਸੀ ਦਾ ਪੋਤਿਆ ਤੇ ਅਸੀਂ ਹੈਗੇ ਲਵਾਰਿਸ, ਵਾਈ ਨੋਟ? ਸਾਡੀ ਲੁਧਿਆਣਾ ਪੁਲਿਸ ਨੇ ਇਨਕੁਆਇਰੀ ਕਰਕੇ ਆਰਡਰ ਕੀਤਾ। ਇਹ ਕੌਣ ਹੁੰਦਾ ਲਿਖਣ ਵਾਲਾ ਕਿ ਵਾਜਬ ਨਹੀਂ? मतलब लुधियाना पुलिस ਤੁਹਾਡੇ ਨਾਲ ਸੀ? ਮੇਰੇ ਨਾਲ ਨਹੀਂ, ਸੱਚ ਦੇ ਨਾਲ। ਸੱਚ ਦੇ ਨਾਲ ਸੀ, ਬਿਲਕੁਲ। ਉਹ ਜਦੋਂ ਕ੍ਰਾਈਮ ਹੁੰਦਾ ਦੇਖਦੇ ਸੀ, ਉਹ ਤੜਫਦੇ ਸੀ, ਲੇਕਿਨ ਉਹਨਾਂ ਪਰ ਮਜਬੂਰ ਸੀ। ਹਰ ਵਾਰ ਫਾਈਲ ਹੀ ਚੁੱਕ ਕੇ ਲੈ ਜਾਂਦਾ ਸੀ। ਜਦੋਂ ਮੈਂ DGP ਉਹਨੂੰ ਪਾਵਰ ਕਿੱਥੋਂ ਮਿਲਦੀ ਸੀ? ਮੈਨੂੰ ਸਮਝ ਨਹੀਂ ਆ ਰਹੀ ਗੱਲ ਕਿ ਸਾਰੀ ਪੁਲਿਸ ਫੋਰਸ ਤੁਹਾਡੇ ਹੱਕ ਸੇ ਲਿਖ ਰਹੀ, ਫਿਰ ਉਹ ਕਿੱਦਾਂ ਲਿਖੇ? ਨਹੀਂ ਸਰ, ਪਹਿਲਾਂ ਤਾਂ ਇਹਨਾਂ ਨੇ ਚੰਡੀਗੜ੍ਹ ਜਦੋਂ ਸਾਨੂੰ ਸਾਡੇ SSP ਸਾਹਿਬ ਨੇ, ਅਸੀਂ 15 ਦਿਨ ਭੁੱਖ ਹੜਤਾਲ ਕੀਤੀ ਵੀ ਅਸੀਂ ਸਿਸਟਮ ਨਾਲ ਸਹਿਮਤ ਨਹੀਂ। ਚਲੋ SSP ਸਾਹਿਬ ਨੇ ਬਹੁਤ ਗੋਡ ਫੀਲਿੰਗ ਸੀਗੇ ਸਾਡੇ SSP। ਉਹ ਕਹਿੰਦੇ ਬੀਬਾ ਮੇਰੇ ਹੱਥ ਵਿੱਚ ਕੁਝ ਨਹੀਂ ਹੈਗਾ, ਤੂੰ DGP ਕੋਲ ਜਾ। ਚਲੋ ਉਹਨਾਂ ਨੇ ਚਿੱਠੀ ਦੇ ਕੇ ਐਸਾ DGP ਦੇ ਗਏ, ਐਸਾ ਕਿ ਸੁਰੇਸ਼ ਅਰੋੜਾ ਜੀ ਸੀਗੇ। ਮੈਂ ਉਹਨਾਂ ਨੂੰ ਕਿਹਾ ਸਰ ਦੇਖੋ, ਆ ਜਿਹੜਾ ADGP ਕ੍ਰਾਈਮ ਆ, ਇਹੀ ਕ੍ਰਾਈਮ ਕਰਾਉਂਦਾ, ਤਾਂ ਤੁਸੀਂ ਸਾਨੂੰ ਇਹਦੇ ਕੋਲ ਹੀ ਭੇਜਦੇ ਹੋ। ਉਹਨੇ ਫਾਈਲ ਮੰਗਾ ਕੇ ਵਾਪਸ ਲੁਧਿਆਣੇ ਭੇਜਤੀ। ਲੁਧਿਆਣੇ ਅਜੇ ਇਨਕੁਆਇਰੀ ਸ਼ੁਰੂ ਹੀ ਹੋਈ ਜੀ, ਜਦ ਨੂੰ ਇਹਨੂੰ ਫਿਰ ਫਾਈਲ ਚੁੱਕ ਕੇ ਲੈ ਗਿਆ। ਬਟ ਨੌਨਸੈਂਸ, ਦੁਨੀਆ ਰੋਂਦੀ ਫਿਰਦੀ ਆ, ਕਲਾਉਂਦੀ, ਕੋਈ ਕਿਸੇ ਨੂੰ ਨਹੀਂ ਪੁੱਛਦਾ ਜੀ। ਮਰਡਰ ਕਰ ਦਿਓ, ਲੁੱਟ ਲਓ, ਜੋ ਮਰਜ਼ੀ ਕਰ ਲਓ। ਲਾਅ ਐਂਡ ਆਰਡਰ ਜਿਹੜਾ ਹੈਗਾ ਇੱਥੇ ਖਤਮ ਹੋ ਚੁੱਕਾ ਹੈ। ਹੁਣ ਤੁਹਾਡਾ ਲਾਸਟ ਜਿਹੜਾ ਡਿਸੀਜਨ ਹੈ, ਹੁਣ ਤੁਸੀਂ ਕੀ ਲੈਣ ਵਾਲੇ ਹੋ? ਕੀ ਸੋਚਿਆ ਤੁਸੀਂ ਹੁਣ? ਯੈਸ, ਮੈਂ ਲਾਸਟ ਇਹਨਾਂ ਨੂੰ ਐਫੀਡੇਵਿਟ ਨਾਲ ਲਾ ਕੇ 100 ਰੁਪਏ ਦਾ ਕਿ ਭਾਈ ਥੈਂਕ ਯੂ ਵੈਰੀ ਮੱਚ, ਤੁਹਾਡਾ ਲਾਅ ਐਂਡ ਆਰਡਰ ਵੀ ਦੇਖ ਲਿਆ, ਤੁਹਾਨੂੰ ਵੀ ਦੇਖ ਲਿਆ, ਸਰਕਾਰਾਂ ਨੂੰ ਵੀ ਦੇਖ ਲਿਆ, ਪ੍ਰਸ਼ਾਸਨ ਨੂੰ ਵੀ ਦੇਖ ਲਿਆ। ਮੇਰਾ ਦੇਖੋ, ਬਾਦਲਾਂ ਨੂੰ ਦੇਖਿਆ, ਮਹਾ ਝੂਠੇ ਬੰਦੇ। ਕਈ ਤੁਸੀਂ ਮੁੱਖ ਮੰਤਰੀ ਵੀ ਦੇਖੇ, ਲੀਡਰ ਵੀ ਦੇਖੇ, ਨੇਤਾ ਵੀ ਦੇਖੇ, DGP ਵੀ ਦੇਖੇ, ਅਫਸਰ ਵੀ ਦੇਖੇ। ਉਹਦੀ ਪਾਰਟੀ ਉਹਦੇ ਤੇ ਬਲਾਤਕਾਰ ਦਾ ਪਰਚਾ ਪਾਉਂਦੀ ਫਿਰਦੀ ਸੀ। ਜੇ ਮੈਂ CM ਬਣ ਕੇ ਵੀ ਦੌੜ ਗਿਆ। ਹੁਣ ਆਮ ਪਾਰਟੀ ਆ ਗਈ ਆ, ਉਹ ਤਾਂ ਕਦੀ ਦੇਖਿਆ ਹੀ ਨਹੀਂ। 40 50 ਗੱਡੀਆਂ ਪਿੱਛੇ ਦੌੜੀਆਂ ਫਿਰਦੀਆਂ ਹੈਗੀਆਂ, ਤੇ ਉਹ ਬੰਦਾ CM ਹੈ ਕਿੱਥੇ ਪਤਾ ਨਹੀਂ। ਫੋਟੋ ਲੱਗੀਆਂ ਦੇਖ ਲਓ ਤੁਸੀਂ, ਜਿੱਥੇ ਬਾਜੀ। ਵੈਲ, ਅਸੀਂ ਉਹਨਾਂ ਤੋਂ ਕੁਛ ਨਹੀਂ ਲੈਣਾ। ਵੀ ਆਰ ਦਾ ਓਨਰਸ ਆਫ ਆਵਰ ਪ੍ਰੋਪਰਟੀ। ਮੈਂ DGP ਸਾਹਿਬ ਨੂੰ ਵੀ ਕਿਹਾ ਸੀ, ਮੈਂ ਕਿਹਾ ਜੀ ਜਿਹੜੇ ਇਸ ਥਾਣੇਦਾਰ ਰਾਜੇਸ਼ ਕੁਮਾਰ ਨੇ ਮੇਰੇ ਗਲੋਂ ਗਹਿਣੇ ਲਾਏ, ਮੇਰੇ ਹੱਥੋਂ ਕੈਸ਼ ਖੋਇਆ, ਮੇਰੀ ਕੋਠੀ ਵੇਚੀ, ਮੇਰੀ ਗੱਡੀ ਚੋਰੀ ਕੀਤੀ, ਉਹਨੂੰ ਸਾਹਮਣੇ ਲਿਆਓ। ਮੇਰੇ ਸਾਹਮਣੇ ਅੱਜ ਤੱਕ ਨਹੀਂ ਉਹ ਆਇਆ। ਔਰ ਹੁਣ ਅਗਰ ਨਹੀਂ ਆਉਂਦਾ, ਮੈਂ ਇਹਨਾਂ ਨੂੰ ਐਫੀਡੇਵਿਟ ਲਾ ਕੇ ਦਿੱਤਾ ਕਿ ਮੈਂ ਆਪਣਾ ਸਮਾਨ ਨਹੀਂ ਛੱਡਣਾ। ਤੁਸੀਂ ਚੋਰ ਹੋ, ਤੁਸੀਂ ਡਾਕੂ ਹੋ, ਤੁਸੀਂ ਲੁਟੇਰੇ ਹੋ, ਹੂਐਵਰ ਯੂ ਆਰ, ਮੇਰਾ ਸਮਾਨ ਵਾਪਿਸ ਕਰੋ। ਸਾਬਤ ਹੋ ਚੁੱਕਾ। ਇੱਕ ਬੰਦਾ ਫੜਦੇ ਹੋ, ਇੰਟਰੋਗੇਟ ਕਰਦੇ ਹੋ, ਉਹਦੇ ਕੋਲੋਂ ਸਾਰਾ ਕੁਝ ਕਢਾ ਲੈਂਦੇ ਹੋ। ਭਾਈ ਇਹ ਤਾਂ ਥਾਣੇਦਾਰ ਸੀਗਾ, ਇਹਨੇ ਇੰਨਾ ਵੱਡਾ ਕ੍ਰਾਈਮ ਕੀਤਾ, ਉਹਦੇ 'ਤੇ FIR ਵੀ ਦਰਜ ਹੋਈ, ਉਹ ਜੀ ਬਰੀ ਹੋ ਗਿਆ। ਕਾਹਦੇ 'ਚੋਂ ਬਰੀ ਹੋ ਗਿਆ? ਕਿ ਤੁਸੀਂ ਬਰਾਮਦਗੀ ਕੀਤੀ?
ਇੱਕੋ ਇੱਕ ਉਹਦਾ ਗਵਾਹ ਸੀਗਾ, ਉਹ ਵੀ ਪੁਲਿਸ ਵਾਲਾ ਸੀਗਾ, ਉਹਨੂੰ ਥਾਣੇਦਾਰ ਬਣਾਤਾ, ਗਵਾਹੀ ਨਹੀਂ ਦੇਣ ਦਿੱਤੀ। ਕੋਈ ਬਾਤ ਨਹੀਂ, ਜਿੱਦਾਂ ਇਹ ਕਾਨੂੰਨ ਨਾਲ ਖੇਡੇ ਆ ਉੱਦਾਂ ਹੀ ਦੇਖੋ ਸਰ, ਮੈਂ ਬਹੁਤ ਸ਼ਾਂਤੀ ਨਾਲ ਲੜਾਈ ਲੜੀ ਆ। ਮੈਂ ਡੀਜੀਪੀ ਆਫਿਸ ਗਈ ਹਾਂ, ਮੈਂ ਭੁੱਖ ਹੜਤਾਲਾਂ ਕੀਤੀਆਂ, ਮੈਂ ਸਾਰਾ ਕੁਝ ਕੀਤਾ। ਮੈਂ ਲਾਈਵ ਹੋ ਕੇ ਦੱਸਿਆ ਕਿ ਜੇ ਤੁਹਾਨੂੰ ਥੋੜ੍ਹੀ ਬਹੁਤੀ ਸ਼ਰਮ ਵੀ ਹੈ ਕਿ ਜਿਹੜੇ ਚੀਫ ਮਿਨਿਸਟਰ ਅਗਰ ਇਹਨਾਂ ਦੀ ਮਾਂ ਦੇ ਗਹਿਣੇ ਲਾਏ ਹੁੰਦੇ ਤਾਂ ਮੈਂ ਦੇਖਦੀ ਹੈ ਥਾਣੇਦਾਰ ਦੀਆਂ ਇਨਕੁਆਇਰੀਆਂ ਹੁੰਦੀਆਂ, ਉਸੇ ਵੇਲੇ ਫੜ ਕੇ ਇਹਨੂੰ ਸਸਪੈਂਡ ਕਰਕੇ ਪਾਸੇ ਕੀਤਾ ਹੁੰਦਾ। ਲੇਕਿਨ ਸ਼ਰਮ ਹੈ ਨਹੀਂ ਇਹਨਾਂ ਨੂੰ, ਇਹ ਕੋਈ ਆਪਣੀ ਡਿਊਟੀ ਨੂੰ ਸਮਝਦੇ ਹੀ ਨਹੀਂ ਕਿ ਪਬਲਿਕ। ਤੁਸੀਂ ਆਖਿਰ ਵਿੱਚ ਕੀ ਕਹਿਣਾ ਚਾਹੁੰਦੇ ਹੋ? ਹੁਣ ਇਹ ਹੈ ਜੀ, 2-3 ਦਿਨ ਆ ਮੇਰੀ ਤਬੀਅਤ ਸਹੀ ਨਹੀਂ ਹੈਗੀ, ਜਾਣਾ ਆ। ਇਹ ਜਿਹੜਾ ADGP ਕ੍ਰਾਈਮ, ਦੇਖੋ ਮੈਨੂੰ ਬਾਕੀਆਂ ਦਾ ਨਹੀਂ ਪਤਾ, ਉੱਤੋਂ ਆ ਗਿਆ ਫੋਨ, ਉੱਤੋਂ ਕਿੱਥੋਂ ਉੱਤੋਂ ਆ ਗਿਆ, ਆਈ ਡੋਂਟ ਨੋ। ਇਸ ADGP ਕ੍ਰਾਈਮ ਨੇ ਮੇਰੀ ਜ਼ਿੰਦਗੀ ਤਬਾਹ ਕੀਤੀ ਆ। ਇਹ ADGP ਕ੍ਰਾਈਮ ਨੇ ਇਹ ਗੁੰਡੇ ਪਾਲੇ ਹੋਏ ਆ, ਉਹਦੇ ਹੀ ਮੋਹਰੇ ਜਾ ਕੇ ਬੈਠਾਂਗੇ। ਦੇਖੋ ਨਾ ਮੈਂ ਪੈਸੇ ਲਿਜਾਣੇ ਆ, ਨਾ ਮੈਂ ਕੋਈ ਚੀਜ਼ ਲਿਜਾਣੀ ਆ, ਉੱਥੇ ਹੀ ਬੈਠਾਂਗੇ। ਕਿਉਂਕਿ ਜਿਹੜੀ ਚੰਡੀਗੜ੍ਹ ਪੁਲਿਸ ਆ ਉਹ ਬਹੁਤ ਚੰਗੀ ਤਰ੍ਹਾਂ ਜਾਣ ਚੁੱਕੀ ਆ ਕਿ ਇਹੀ ਚੋਰ ਆ। ਕਿਉਂਕਿ ਪਿਛਲੀ ਵਾਰ ਜਦ ਮੈਂ ਗਈ ਤਾਂ ਇਹਨਾਂ ਨੇ ਪੁਲਿਸ ਬੁਲਾ ਲਈ। ਉਹ ਮੈਨੂੰ SP ਸਾਹਿਬ ਕਹਿੰਦੇ, ਬੀਬਾ ਇੱਥੇ ਤੁਸੀਂ ਧਰਨਾ ਦੋਗੇ? ਮੈਂ ਕਿਹਾ ਸਰ ਹੱਦ ਹੋ ਗਈ, ਆ ਥੱਲੇ ਮਿੱਟੀ 'ਤੇ ਬਹਿ ਕੇ ਮੈਂ ਧਰਨਾ ਦੇਣਾ? ਨੋ। ਕਹਿੰਦੇ ਗੱਲ ਕੀ ਆ? ਮੈਂ ਸਾਰੀ ਗੱਲ ਦੱਸੀ। ਉਹ ਆਈ ਸੀ, ਉਹ ਭੱਜ ਗਿਆ। ਫਿਰ ਇੱਕ DSP ਆ ਗਿਆ, ਉਹਨੇ ਸਾਰੀ ਗੱਲ ਪੁੱਛੀ। ਮੈਂ ਕਿਹਾ ਸਰ, ਕਹਿੰਦਾ ਅਸੀਂ ਇਹਨਾਂ ਨੂੰ ਕਿਰਾਏ 'ਤੇ ਦਿੱਤੀ ਹੋਆ ਬਿਲਡਿੰਗ। ਮੈਂ ਕਿਹਾ ਸਰ ਤੁਸੀਂ ਵਾਪਸ ਲੈ ਲਓ, ਉੱਥੇ ਭੇਜੋ ਇਹਨਾਂ ਨੂੰ ਪੰਜਾਬ 'ਚ, ਅਸੀਂ ਕਿਉਂ ਤੁਹਾਨੂੰ ਡਿਸਟਰਬ ਕਰਾਂਗੇ, ਤੇ ਇਹ ਬਿਲਡਿੰਗ ਤਾਂ ਤੁਹਾਡੀ ਝੱਟ ਚੜ੍ਹ ਜਾਣੀ ਹੈ। ਠੀਕ ਹੈ ਨਾ ਜੀ। ਸਰ ਬਹੁਤ ਕੰਮ ਖਰਾਬ ਕੀਤਾ ਹੈ ਇਹਨਾਂ ਨੇ, ਬਹੁਤ ਜ਼ਿਆਦਾ। ਮੈਂ ਤਾਂ ਸਿਰਫ ਉੱਥੇ ਜਾ ਕੇ ਇਹਦੀ ਮਕਾਨ ਦਊਂਗੀ, ਕਿਉਂਕਿ ਇਹਨਾਂ ਦੀ ਨਰਕ ਦੀਆਂ ਪੌੜੀਆਂ ਮੈਂ ਚੜੀ ਉਤਰੀ, ਦੇਖੋ ਕਿੰਨੇ ਸਾਲ ਹੋ ਗਏ। कहने का मतलब कि ਹੁਣ ਬਸ ਲੜਾਈ ਲਮਸਮ ਐਂਡ ਹੋਣ ਵਾਲੀ ਹੈ, ਹੈ ਨਾ? ਬਸ ਤੁਸੀਂ ਐਫਿਡ ਦੇ ਕੇ ਤੁਸੀਂ ਆਪਣਾ ਸਮਾਨ। ਮੈਨੂੰ ਦੇਖੋ ਗੱਲ ਸੁਣੋ, ਰੋਟੀ ਵੀ ਹੁਣ ਇਹੀ ਦੇਣਗੇ, ਖਰਚਾ ਵੀ ਇਹੀ ਦੇਣਗੇ, ਉੱਥੇ ਹੀ ਬੈਠਾਂਗੇ। ਕਿਉਂਕਿ ਬਹੁਤ ਲੰਬਾ ਇਹਨਾਂ ਨੇ ਮੈਨੂੰ ਲੜਾਈ 'ਚ ਪਾਇਆ। ਮੈਂ ਬਹੁਤ ਹੰਬਲ, ਹਾਂਜੀ ਸਰ। ਹੁਣ ਕਿੱਥੇ ਬੈਠਣ ਦੀ ਤਿਆਰੀ ਕੀਤੀ ਤੁਸੀਂ? ਸਾਨੂੰ ਲੁੱਟਿਆ ਹੀ ADGP ਕ੍ਰਾਈਮ ਨੇ। ਉੱਥੇ ਬੈਠੋਗੇ ਤੁਸੀਂ? ਉੱਥੇ ਹੀ ਬੈਠਾਂਗੇ ਜੀ। ਉਹਨਾਂ ਦੇ ਆਫਿਸ ਦੇ ਬਾਹਰ ਕਿ ਘਰ ਦੇ ਬਾਹਰ? ਉਹਦੇ ਆਫਿਸ ਦੇ ਕੀ ਬਾਹਰ। ਨਾਮ ਉਹਨਾਂ ਦਾ? ਉਹ ਖਸਮ ਨੂੰ ਗਾਣ, ਇੱਕ ਜਾਂਦਾ ਦੂਜਾ ਆਉਂਦਾ, ਮੈਨੂੰ ਕੀ ਪਤਾ ਉਹਦਾ ਕੀ ਨਾਮ ਜਿਹੜਾ ਵੀ। बिल्कुल एंड करते, बिल्कुल आपको बता दें कि जोगिंदर कौर नारी महिला पिछले कई वर्षों से अपने हक की लड़ाई लड़ रही, लेकिन अब उन्होंने साफ तौर पे बिल्कुल क्लियर कर दिया कि ADGP क्राइम चाहे कोई भी हो, क्योंकि ADGP क्राइम की ओर से लगातार इनके साथ धक्केशाही की है, चाहे कोई भी आया हो। कई अफसर इनको साथ अच्छा भी किया, कईयों ने बुरा किया। तो उन्होंने साफ तौर पे कहा कि ADGP क्राइम के ऑफिस के बाहर भी बैठूंगी और घर के बाहर बैठूंगी, उनको खाना भी देना पड़ेगा, कपड़ा भी देना पड़ेगा, और वो पीछे हटने वाली नहीं है।